हनुमानगढ़ का एक किसान अपनी ज़मीन जो अबाप्त की गई थी उसके मुआवजे के लिए चक्कर काट रहा है, क्योंकि मुआवजा अभी तक मिला नहीं है। इससे तंग आकर अब किसान ने, गगनदीप जो किसान है हमारे साथ मौजूद है, इन्होंने अब इच्छा मृत्यु की मांग की है। आपको बता दें कि जो इनकी ज़मीन भारतमाला जो प्रोजेक्ट है उसके अंतर्गत इनकी ज़मीन आई थी, तो सरकार ने ज़मीन अबाप्त की। उसके मुआवजे के लिए लगातार एसडीएम कार्यालय के चक्कर काट रहे थे, लेकिन इन्हें मुआवजा नहीं मिला। हम बात करते हैं गगनदीप से। हम बताइए जी, क्या मसला है, पूरी बात बताइए। ਬਾਈ ਜੀ ਪਹਿਲਾਂ ਸ਼ੁਰੂ ਤੋਂ ਹੀ ਕੰਮ ਚੱਲੀ ਜਾਂਦਾ ਹੈ ਤੇ ਮੈਨੂੰ ਇੰਨੇ ਗੇੜੇ ਕਟਵਾਏ ਹੈ, ਯਾਨੀ ਕਿ ਪੁਸ਼ਤੈਨੀ ਤਾਂ ਮੇਰਾ ਹਨੂੰਮਾਨਗੜ੍ਹ ਹੀ ਹੈ। ਮੈਂ ਅੱਜਕੱਲ੍ਹ ਸੂਰਤਗੜ੍ਹ ਰਹਿੰਦਾ ਹੈ। ਸੂਰਤਗੜ੍ਹ ਤੋਂ ਮੈਂ ਸੁਬਾਹ ਆਉਂਦਾ ਸੀ ਬਗੈਰ ਰੋਟੀ ਖਾਧੇ, ਸੁਬਾਹ ਤੋਂ ਗੇੜੇ ਲਾਉਂਦਾ ਸੀਗਾ। ਕਿਤੇ ਤਾਂ ਜੀ ਹਾਂਜੀ ਹਜੇ ਤਾਂ ਵੀ ਉਹ ਆਰਡਰ ਆਇਆ ਨਹੀਂ, ਸਾਨੂੰ ਰੋਕ ਲਾ ਰੱਖੀ ਹੈ 14 SHW ਤੇ। ਐਂ ਕਰਦੇ ਕਰਦੇ ਮੈਂ ਪਰੇਸ਼ਾਨ ਹੋ ਗਿਆ। ਕਰੀਬ ਮੈਂ ਐਂ ਸਮਝ ਲਓ ਵੀ 1.5 ਸਾਲ ਤੋਂ ਤਾਂ ਚੱਕਰ ਹੀ ਕੱਟੀ ਜਾਂਦਾ ਸੀ। ਬਾਅਦ 'ਚ ਮੇਰਾ ਇੰਨਾ ਬਿਜ਼ਨਸ ਸੀਗਾ, ਮਾਰਬਲ ਦਾ ਮੇਰਾ ਕੰਮ ਸੀਗਾ, ਉੱਥੇ ਸਾਰਾ ਠੱਪ ਹੋ ਗਿਆ। ਠੇਕੇਦਾਰੀ ਦਾ ਮੇਰਾ ਕੰਮ ਸੀਗਾ, ਕਿਉਂਕਿ ਮੇਰੇ ਫਾਦਰ ਸਾਹਿਬ ਦਾ ਬਹੁਤ ਵੱਡਾ ਨਾਮ ਹੈ ਇੱਥੇ। ਆਸੀ ਸਿਨੇਮਾ, ਦਿਨਾਰ ਸਿਨੇਮਾ, ਯਾਨੀ ਕਿ ਇੱਕ ਖਾਨਦਾਨੀ ਪਰਿਵਾਰ 'ਚੋਂ ਹੈ ਮੈਂ। ਅਤੇ ਇਹਨਾਂ ਨੇ ਮੈਨੂੰ ਇਹੋ ਜਿਹਾ ਲਿਆਤਾ ਵੀ ਮੈਂ ਅੱਜ ਫੁੱਟਪਾਥ 'ਤੇ ਹੈ, ਸੜਕ 'ਤੇ 100 ਰੁਪਏ 200 ਰੁਪਏ ਮੰਗਦੇ ਫਿਰਦਾ ਮੈਂ। ਅੱਜ ਮੇਰੀ ਆਹ ਕੰਡੀਸ਼ਨ ਕਰਤੀ, ਮੇਰੇ ਬੱਚਿਆਂ ਦਾ ਭਵਿੱਖ ਖਰਾਬ ਕਰਤਾ। ਲਾਸਟ 'ਚ ਵੀ ਆਹ ਕਹਾਣੀ ਹੋਈ ਵੀ ਮੈਂ ਦੇਖ ਲਿਆ ਵੀ ਇੱਥੇ ਬਿਨਾਂ ਪੈਸੇ ਦਿੱਤੇ ਕੰਮ ਨਹੀਂ ਹੋਣਾ। ਤਾਂ ਮੈਂ ਪਹਿਲਾਂ ਡ੍ਰੀਮਲੈਂਡ ਰਹਿੰਦਾ ਸੀ, ਅੱਜ ਤੋਂ ਕਰੀਬ ਮੰਨ ਕੇ ਚੱਲੋ ਤੁਸੀਂ ਵੀ 3 ਸਾਲ ਪਹਿਲਾਂ। ਤੁਸੀਂ ਉੱਥੋਂ ਪਤਾ ਕਰਨਾ ਚਾਹੋ ਤਾਂ ਪਤਾ ਕਰ ਸਕਦੇ ਹੋ। 159 ਮੇਰਾ ਹੁੰਦਾ ਸੀਗਾ ਫਲੈਟ ਉੱਥੇ, ਅਤੇ ਉਹ ਮੈਂ ਸੇਲ ਕਰਕੇ ਫਿਰ ਮੈਂ ਬਾਅਦ 'ਚ ਸੂਰਤਗੜ੍ਹ ਗਿਆ। ਉੱਥੋਂ ਦੇ ਜਿੰਨੇ ਵੀ ਬੰਦੇ ਹੈ, ਮੇਰਾ ਵਿਵਹਾਰ, ਮੇਰਾ ਕਿਹੋ ਸਿਸਟਮ ਹੈ ਜਾਂ ਮੈਂ ਕਿਹੋ ਨੇਚਰ ਦਾ ਬੰਦਾ ਹੈ, ਉਹ ਸਾਰਾ ਪੁੱਛ ਸਕਦੇ ਹੋ ਉੱਥੇ। ਅਤੇ ਉਦੋਂ ਬਾਅਦ ਉਹਨਾਂ ਨੇ ਕੀ ਕੀਤਾ, ਕਰਦੇ ਕਰਦੇ ਉੱਥੇ ਹੀ ਕੇ ਗੁਪਤਾ ਰਹਿੰਦੇ ਆ ਸਾਡੇ ਡ੍ਰੀਮਲੈਂਡ 'ਚ। ਅਤੇ ਉਹਨਾਂ ਤੋਂ ਮੇਰਾ ਲੈਣ ਦੇਣ ਚੱਲਦਾ ਹੁੰਦਾ ਸੀ ਪੈਸਿਆਂ ਦਾ। ਉਹਨਾਂ ਨੂੰ ਮੈਂ 14 SHW ਵਾਲੀ ਜ਼ਮੀਨ ਵੀ 500 ਸਟਾਂਪ 'ਤੇ ਲਿਖਾ ਕੇ ਮੈਂ ਪੈਸੇ ਫੜੇ ਹੋਏ ਸੀਗੇ। ਉਹ ਸਾਡਾ 31 ਦਸੰਬਰ ਨੂੰ ਹੋਇਆ ਸੀ ਕੰਮ, ਅਤੇ ਉਸ 'ਚ ਅਸੀਂ ਸਾਰਾ ਕੰਪਲੀਟ ਕਰ ਲਿਆ ਆਪਦਾ ਲੈਣ ਦੇਣ ਕਰਕੇ ਜਿਹੜਾ ਵੀ ਸਾਡਾ ਬਣਦਾ ਸੀਗਾ। ਕਿਉਂਕਿ ਜਿਸ 'ਚੋਂ 7.5 ਲੱਖ ਦਾ ਚੈੱਕ ਤਾਂ ਕੇ ਗੁਪਤਾ ਦੇ ਅਕਾਊਂਟ 'ਚ ਗਿਆ, ਆਪਣੇ AU ਬੈਂਕ 'ਚ ਖਾਤਾ ਖੁਲਵਾਇਆ ਸੀਗਾ ਜਦੋਂ ਮੈਨੂੰ ਭਾਰਤਮਾਲਾ ਵਾਲੇ 26 ਲੱਖ ਰੁਪਏ ਮਿਲੇ। ਤਾਂ ਐਂ ਕਰਦੇ ਕਰਦੇ ਵੀ ਜਿਹੜੀ ਇਹ ਗੱਲ ਚੱਲੀ ਸੀਗੀ, ਇਹ ਕੇ ਗੁਪਤਾ ਜੀ ਕਹਿੰਦੇ ਆਪਣਾ ਇੱਕ ਬੰਦਾ ਹੈਗਾ ਅਜੇ ਕੁਮਾਰ ਗਰਗ, ਜਿਹੜਾ NPS 'ਚ ਡਾਇਰੈਕਟਰ ਹੈਗਾ, ਕਹਿੰਦਾ ਉਹ SDM ਦਾ ਖਾਸ ਬੰਦਾ, ਆਪਾਂ ਉਹਦੇ ਨਾਲ ਗੱਲ ਕਰਦੇ ਹਾਂ। ਮੈਂ ਕੋਈ ਨਹੀਂ ਗੁਪਤਾ ਜੀ, ਮੇਰਾ ਕੰਮ ਕਰਾ ਦਿਓ, ਜਿਵੇਂ ਵੀ ਹੁੰਦਾ, ਮੈਂ ਬਹੁਤ ਪਰੇਸ਼ਾਨ ਹੈ। ਕਰਾ ਕੇ ਕਹਿੰਦੇ ਚਲੋ ਗੱਲ ਕਰਦੇ ਹਾਂ। ਗੱਲ ਕਰਨ ਦੇ ਬਾਅਦ ਇਹਨਾਂ ਨੇ ਕੀ ਕੀਤਾ ਵੀ ਮੈਂ ਗਿਆ, ਮੈਨੂੰ ਗੁਪਤਾ ਜੀ ਦਾ ਫੋਨ ਆਇਆ ਕਿ ਤੂੰ NPS ਚਲੇ ਜਾ, ਅਜੇ ਗਰਗ ਉੱਥੇ ਤੈਨੂੰ ਮਿਲੂਗਾ। ਮੈਂ ਉਹਨਾਂ ਕੋਲ ਗਿਆ, ਉਹਨਾਂ ਦੇ ਆਫਿਸ 'ਚ ਬੈਠਾ। ਉੱਥੇ ਵੀ ਮੇਰੇ ਖਿਆਲ 'ਚ ਉਹ ਕੈਮਰੇ ਕੁਮਰੇ ਲੱਗੇ ਹੋਣੇ ਆ, ਤੁਸੀਂ ਡਿਟੇਲ ਚਾਹੋ ਤਾਂ ਉਹ ਮਿਲ ਸਕਦੀ ਹੈ ਤੁਹਾਨੂੰ ਉੱਥੇ। ਉਹ ਰਜਿਸਟਰ 'ਚੋਂ ਐਂਟਰੀ ਜੀ ਪਾਉਂਦੇ ਆ। ਅਤੇ ਮੈਂ ਉੱਥੇ ਗਿਆ, ਜਦੋਂ ਉੱਥੇ ਜਾ ਕੇ ਅਤੇ ਮੈਂ ਬੈਠਾ, ਜਿਵੇਂ ਗੁਪਤਾ ਜੀ ਦਾ ਫੋਨ ਆਇਆ ਸੀ ਵੀ ਤੁਹਾਨੂੰ ਮਿਲਣਾ ਅਤੇ ਆਹ ਗੱਲ ਹੈ ਕਿ ਤੁਸੀਂ ਲੈ ਆਏ ਰਿਵਾਰਡ ਦੀ ਕਾਪੀ। ਮੈਂ ਕਿਹਾ ਹਾਂਜੀ ਲੈ ਆਇਆ। ਕਹਿੰਦੇ ਮੈਂ 36 ਲੱਖ 35 80 ਪਤਾ ਨਹੀਂ 36 ਜੋ ਵੀ ਹੈਗਾ, ਉਹ ਮੈਂ ਉਹਨਾਂ ਨੂੰ ਰਿਵਾਰਡ ਦਿਖਾਤਾ। ਕਹਿੰਦੇ ਯਾਰ 7 ਲੱਖ ਰੁਪਈਆ ਨਹੀਂ। ਉਦੋਂ ਮੈਨੂੰ ਇਹ ਕਹਿੰਦੇ ਵੀ ਮੈਂ ਗੱਲ ਕਰਕੇ ਦੱਸਦਾ। ਦੂਸਰੇ ਦਿਨ ਮੇਰੇ ਕੋਲ ਕਾਲ ਆਈ ਗੁਪਤਾ ਜੀ ਦੀ, ਕਹਿ ਤੂੰ ਗਰਗ ਜੀ ਨੂੰ ਮਿਲ ਲਾ, ਅਜੇ ਗਰਗ ਨੂੰ। ਤਾਂ ਦੂਸਰੇ ਦਿਨ ਮੈਂ ਚਲਾ ਗਿਆ। ਮੈਂ ਕਿਹਾ ਹਾਂਜੀ ਕਿਵੇਂ ਹੋਇਆ? ਕਹਿੰਦਾ ਯਾਰ ਕੰਮ ਹੋ ਜੂਗਾ ਪਰ 7 ਲੱਖ ਰੁਪਈਆ ਲੱਗੂਗਾ। ਮੈਂ ਜੀ ਤੁਹਾਨੂੰ ਗੁਪਤਾ ਜੀ ਨੇ ਮੇਰੀ ਕੰਡੀਸ਼ਨ ਨਹੀਂ ਦੱਸੀ, ਦੱਸੀ ਹੈ ਤਾਂ ਹੀ ਮੈਂ ਕਰਕੇ 6 ਲੱਖ ਰੁਪਈਆ 'ਚ ਹੋ ਸਕਦਾ। 6 ਲੱਖ ਰੁਪਈਆ ਤੂੰ ਯਸ ਕਰਦਾ ਤਾਂ ਹੋ ਜੂਗਾ। ਮੈਂ ਚਲੋ ਜੀ ਕੋਈ ਗੱਲ ਨਹੀਂ, 6 ਲੱਖ ਦਾ ਮੈਂ ਇੰਤਜ਼ਾਮ ਕਰਦਾ। ਜਿਹ 'ਚ 2 ਲੱਖ ਰੁਪਈਆ ਮੈਂ ਕਰ ਪਾਇਆ ਔਰ 4 ਲੱਖ ਰੁਪਈਆ ਕੇ ਗੁਪਤੇ ਨੇ ਹੀ ਦਿੱਤਾ ਸੀ ਮੈਨੂੰ। ਯਾਨੀ ਕਿ ਸੱਚਾਈ ਬੋਲੂੰਗਾ ਮੈਂ ਜੋ ਵੀ ਹੈਗੀ। ਤਾਂ ਉਹਨਾਂ ਨੇ ਮੇਰੀ ਹੈਲਪ ਕੀਤੀ ਵੀ ਚਲੋ ਮੈਂ ਦੇ ਦਿੰਦਾ, ਕੋਈ ਗੱਲ ਨਹੀਂ, ਆਪਾਂ ਐਡਜਸਟਮੈਂਟ ਕਰ ਲਾਂਗੇ। ਮੈਂ ਕੋਈ ਨਹੀਂ ਜੀ ਗੁਪਤਾ ਜੀ, ਮੇਰਾ ਕੰਮ ਹੋ ਜੇ। ਅੱਛਾ, ਉਸ 'ਚ ਜਦੋਂ 6 ਲੱਖ ਰੁਪਈਆ, ਤਾਂ ਉਸ ਦਿਨ ਹੀ ਗੱਲ ਹੋ ਗਈ ਕਿ ਯਾਰ ਉਹ ਇੱਕ ਆਪਣੇ ਲਲਿਤ ਬਾਬੂ ਹੈ, ਉਹ ਕੱਲ੍ਹ ਨੂੰ ਅੜਿੱਕੇ ਨਾਲ ਆਵੇ, ਕਿਉਂਕਿ ਉਹ ਤੇਰੇ ਕੰਮ 'ਚ ਬਹੁਤ ਬੋਲਦਾ, ਐਂ ਕਰਦਾ। ਇਹ ਗੱਲ ਅਜੇ ਗਰਗ ਦੀ ਜ਼ੁਬਾਨ ਤੋਂ ਆਈ, ਉਹਨਾਂ ਨੇ ਬੋਲਿਆ ਮੈਨੂੰ। ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ, ਉਹਦਾ ਕਿਵੇਂ ਕਰਨਾ ਕਿ 30 ਲੱਖ ਰੁਪਈਆ ਦੇ ਦਿਓ, ਹੋ ਸਕਦਾ 25 ਲੱਗ ਜੇ, ਹੋ ਸਕਦਾ 20 ਲੱਗੇ, ਜਿੰਨਾ ਲੱਗੂਗਾ ਮੈਂ ਬਾਕੀ ਤੁਹਾਨੂੰ ਵਾਪਸ ਕਰ ਦੂੰਗਾ।
30,000 ਰੁਪਇਆ। ਤਾਂ ਉਹ 30,000 ਦੇ ਅੰਦਰ ਉਹਨਾਂ ਨੇ ਕੀ ਕੀਤਾ ਵੀ 6,30,000 ਰੁਪਇਆ ਅਸੀਂ ਉਹਨਾਂ ਨੂੰ ਗਿਣਾਤਾ। ਗੁਪਤਾ ਜੀ ਲੈ ਕੇ ਆਏ ਆਪਦੇ ਘਰੋਂ ਪੈਸੇ, ਮੈਂ ਲੈ ਕੇ ਆਇਆ। ਕਿੱਥੇ ਗਿਣਾਏ ਸੀ ਆ ਤੁਸੀਂ ਕਿੱਥੇ ਗਿਣਾਏ ਸੀ ਉਹਨਾਂ ਨੂੰ? ਇਹ ਅਜੇ ਗਰਗ ਜੀ ਦੇ ਘਰੇ ਦੇ ਕੇ ਆਏ ਸੀ। ਦੇ ਕੇ ਆਏ ਸੀ, ਠੀਕ ਹੈ। ਹਾਂ, ਉਦੋਂ ਬਾਅਦ ਅਸੀਂ ਜਦੋਂ ਕਰਤਾ ਤਾਂ ਉਹ 4-5 ਦਿਨ ਪਾਉਂਦੇ ਰਹੇ। ਆਪਣੇ ਇੱਕ ਤਹਿਸੀਲਦਾਰ ਆਏ ਸੀਗੇ, 2 ਦਿਨ ਉਹਨਾਂ ਨੇ ਫਾਈਲ ਐਂ ਕਰਦੇ ਰਹੇ। ਫਿਰ ਮੈਂ ਉਹਨਾਂ ਕੋਲੇ ਖੁਦ ਗਿਆ, ਮੈਂ ਜੀ ਮੇਰਾ ਆਹ ਗੱਲ ਹੈ ਤੇ ਆਹ ਲੈਣ ਹੈ, ਕੋਈ ਇਸ 'ਚ ਕੋਈ ਗਲਤ ਨਹੀਂ, ਤੁਸੀਂ ਸਾਰਾ ਵੈਰੀਫਿਕੇਸ਼ਨ ਕਰ ਲਓ ਤੇ ਮੈਨੂੰ ਆ ਮੁਆਵਜ਼ਾ ਦਿੱਤਾ ਜਾਵੇ। ਫਿਰ ਉਹਨਾਂ ਨੇ ਸਾਈਨ ਕਰਤੇ। ਉਸ ਤੋਂ ਬਾਅਦ ਫਿਰ ਸ਼ਾਮ ਨੂੰ 5:30 ਵਜੇ ਯਾਨੀ ਕਿ 4:30 ਵਜੇ ਯਾਨੀ ਕਿ 4:30 ਵਜੇ ਅਵੀ ਜੀ ਆਉਂਦੇ ਆ ਤੇ ਅਵੀ ਜੀ ਨੂੰ ਮੈਂ ਗਿਆ ਤੇ ਉਹਨਾਂ ਨੇ ਦਵਾ ਦਵ ਲਲਿਤ ਵੀ ਆ ਗਿਆ ਤੇ ਚੈੱਕ ਕੱਟ ਕੇ ਮੈਨੂੰ 26 ਲੱਖ ਦਿੱਤਾ। ਮੈਂ ਕਿਹਾ ਐਂ ਕਿਵੇਂ ਕਹੇ ਬਾਅਦ 'ਚ ਹੋਣਗੇ, ਲਲਿਤ ਕਹਿੰਦਾ ਹੁਣ ਹੀ ਨਹੀਂ ਹੁੰਦੇ। ਮੈਂ ਉਸੇ ਟਾਈਮ ਹੀ ਬਾਹਰ ਆ ਕੇ ਫ਼ੋਨ ਕੀਤਾ ਕਿ ਕੋਈ ਨਹੀਂ ਗਗਨ ਜੀ ਹੋ ਜਾਂਦਾ। ਮੇਰੇ ਤੋਂ ਮੁਆਵਜ਼ਾ ਜਿਹੜਾ ਮੇਰਾ ਪੈਸਾ ਲੱਗਿਆ ਸੀ ਪੂਰੇ ਦੇ ਲਿਆ ਗਿਆ ਸੀ। ਉਸ ਤੋਂ ਬਾਅਦ ਮੈਂ ਅੱਜ ਤਾਈਂ ਪਰੇਸ਼ਾਨ ਹੈ। ਫਿਰ ਉਸ ਦੇ ਅੰਡਰ ਇਹ ਗੱਲ ਕਰਦੇ ਆ, ਅੱਜ ਜਿਵੇਂ ਮੰਨ ਲਓ ਮੈਂ 31 ਤਰੀਕ ਨੂੰ ਪਹਿਲਾਂ ਆਪਣੇ ਕੇ ਗੁਪਤਾ ਉਹਨਾਂ ਨਾਲ ਮੀਟਿੰਗ ਹੋਈ ਮੇਰੀ, ਤਾਂ ਉਹਨਾਂ ਨੇ ਮੈਨੂੰ 2.25 ਲੱਖ ਰੁਪਈਆ ਕਹਿੰਦੇ ਵੀ ਚਲੋ ਐਂ ਕਰ ਦਿੰਦੇ ਆ। ਸਾਡਾ ਉਹ ਹਿਸਾਬ ਸੀਗਾ ਤਾਂ ਉਹ ਮੈਨੂੰ ਗੱਲ 'ਚ ਲੈਂਦੇ ਸੀਗੇ ਤੇ ਮੈਂ ਅੱਜ ਮੈਂ 6,30,000 ਰੁਪਈਆ ਦੇਈ ਬੈਠਾ ਤੇ ਕੰਮ ਮੇਰਾ ਹੋਇਆ ਨਹੀਂ। ਮੇਰੀ ਗੱਲ ਦੱਸੋ ਗਗਨ ਜੀ, ਤੁਸੀਂ ਕਹਿੰਦੇ ਹੋ 28 ਲੱਖ ਰੁਪਏ ਤੁਹਾਨੂੰ ਪਹਿਲਾਂ ਮਿਲ ਗਏ ਸੀ? 26 ਲੱਖ ਮਿਲ ਗਏ ਸੀ 26 ਲੱਖ ਤੇ ਹੁਣ ਜਾਂ 40,000 ਰੁਪਇਆ ਆਇਆ ਵੈ। ਠੀਕ ਹੈ, ਤੇ 2 ਖਾਤਿਆਂ 'ਚ ਆਇਆ ਕਿਉਂਕਿ ਇਹ ਖਾਤੇ 2 ਹੈ। ਇਹ 'ਚ ਮੇਰੇ ਭਾਬੀ ਜੀ ਵੀ ਹੈਗੇ ਜਿਨ੍ਹਾਂ ਦਾ ਨਾਮ ਪਰਮਜੀਤ ਕੌਰ ਸਨ ਆਫ ਸੁਖਦੇਵ ਸਿੰਘ ਸਨ ਆਫ ਜੰਗੀਰ ਸਿੰਘ ਤੇ ਗਗਨਦੀਪ ਸਿੰਘ ਸਨ ਆਫ। ਤੁਹਾਡਾ ਇੱਕ ਆਡੀਓ ਵੀ ਵਾਇਰਲ ਹੋਇਆ ਹੈ ਅਜੇ ਗਰਗ ਦੇ ਨਾਲ। ਹਾਂ, ਉਹ ਉਦੋਂ ਹੀ ਮੈਂ ਗੱਲ ਕਰੀ ਜਾਂਦਾ ਸੀ ਵੀ ਮੈਂ ਇੰਨਾ ਪਰੇਸ਼ਾਨ ਹੋ ਗਿਆ ਯਾਰ, ਮੈਂ ਕਿਵੇਂ ਪੈਸੇ ਚੱਕ ਕੇ ਕੰਮ ਕੀਤਾ ਤੇ ਕਿਵੇਂ ਮੈਂ ਕਰੀ ਜਾਂਦਾ ਤੇ ਫਿਰ ਹਜੇ ਵੀ ਆਹ ਗੱਲ ਚੱਲੀ ਜਾਂਦੀ ਹੈ ਮੈਨੂੰ ਪਰੇਸ਼ਾਨ ਕਿਉਂ ਕੀਤਾ ਜਾਈ ਜਾਂਦਾ। ਕਹਿੰਦੇ ਉਹ ਜੀ ਉਹ ਤਾਂ ਰਿਕੋ ਵਾਲਿਆਂ ਨੇ ਓਬਜੈਕਸ਼ਨ ਉਠਾ ਰੱਖੀ ਆ। ਮੈਂ ਕਿਹਾ ਜੀ ਉਦੋਂ ਪਹਿਲੇ ਦਿਨ ਆਪਣੀ ਗੱਲ ਹੋਈ ਸੀਗੀ ਵੀ ਆਹ ਗੱਲ ਹੋਈ ਸੀ ਵੀ ਕਿੰਨਾ ਮੁਆਵਜ਼ਾ ਹੈ, ਇੰਨੇ ਮੁਆਵਜ਼ੇ ਦੇ ਇੰਨੇ ਪੈਸੇ ਤੁਸੀਂ 7 ਲੱਖ ਮੰਗੇ। ਫਿਰ ਤੁਸੀਂ ਕਿਹਾ ਚਲੋ ਤੁਸੀਂ ਮਰੇ ਵੀ ਹੋ, 6 ਲੱਖ 'ਚ ਆਪਣਾ ਡਨ ਹੋ ਗਿਆ। ਉਸ ਤੋਂ ਬਾਅਦ ਤੁਹਾਡੇ ਕੋਲੇ ਲਲਿਤ ਦੀ ਗੱਲ ਆ ਗਈ ਵੀ 30,000 ਰੁਪਇਆ ਉਹਨੂੰ ਦੇਣਾ ਪਊਗਾ, ਨਹੀਂ ਤਾਂ ਕੋਈ ਡਿੱਕਾ ਲਾ ਲੂਗਾ। ਤਾਂ ਮੈਂ 6,30,000 ਰੁਪਇਆ ਦੇ ਕੇ ਮੈਂ ਪਰੇਸ਼ਾਨ ਅੱਜ ਵੀ ਰਿਹਾ। ਯਾਨੀ ਕਿ ਮੇਰਾ ਕਹਿਣ ਦਾ ਇਹ ਮਤਲਬ ਹੈ, ਮੇਰਾ ਮਕਸਦ ਇਹ ਹੈ ਵੀ ਮੇਰੇ ਨਾਲ ਹੁਣ ਬਹੁਤ ਕਿਸਾਨ ਭਰਾ ਜੁੜੀ ਜਾਂਦੇ ਆ, ਇੰਨਾ ਪਰੇਸ਼ਾਨ ਕਰੀ ਜਾਂਦੇ ਯਾਰ, ਇੰਨਾ ਪਰੇਸ਼ਾਨ ਕਰੀ ਜਾਂਦੇ ਆ। ਅੱਜ ਮੈਂ ਕਲੈਕਟਰ ਸਾਹਿਬਾ ਆਪਣੇ ਮੈਡਮ ਨੂੰ ਮਿਲਣ ਗਿਆ ਕਿ ਇਹ ਕਿਹਾ ਬੇਉਦੀ ਬਾਤ ਹੈ, ਕੀ ਗੱਲ ਕਰੀ ਜਾਂਦੇ ਹੋ ਤੁਸੀਂ, ਕਿਵੇਂ ਆ ਲੈ ਆਏ? ਤਾਂ ਮੈਂ ਕਿਹਾ ਮੈਡਮ ਮੈਂ ਮਰੀ ਜਾਂਦਾ, ਮੇਰਾ ਪਰਿਵਾਰ ਮੇਰੇ ਬੱਚੇ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਲਈ। ਜਿਹੜਾ ਮੈਂ ਸਟੈਪ ਉਠਾਇਆ ਉਹ ਇਸ ਕਰਕੇ ਉਠਾਇਆ ਹੈ। ਨਹੀਂ, ਤੁਸੀਂ ਇੱਛਾ ਮ੍ਰਿਤੂ ਦੀ ਮੰਗ ਕੀਤੀ ਹੈ? ਹਾਂ, ਇੱਛਾ ਮ੍ਰਿਤੂ ਦੀ ਮੰਗ ਕੀਤੀ ਹੈ ਮੈਂ। ਮਾਨनीय ਮਹੋਦਯ ਆਪਣੇ ਰਾਸ਼ਟਰਪਤੀ ਜੀ, ਮਾਨनीय ਮਹੋਦਯ ਮੁੱਖ ਮੰਤਰੀ ਰਾਜਸਥਾਨ ਸਰਕਾਰ ਨੂੰ ਸਾਰਿਆਂ ਨੂੰ ਭੇਜਤਾ। ਮੈਂ ਹੁਣ ਇਹਨਾਂ ਦੀ ਤਸੱਲੀ ਕਰਾ ਕੇ ਛੱਡੂੰਗਾ, ਮੈਨੂੰ ਪੈਸੇ ਮਿਲਣ चाहे ना मिल। तो ये गगनदीप जी ने साफ तौर पे कहा है कि जी इन्होंने जो ये राष्ट्रपति महोदय को लिखा है कि इच्छा मृत्यु की इन्होंने मांग की है, क्योंकि इन्हें बार बार परेशान किया जा रहा है। जैसे कि इन्होंने आरोप लगाया कि एसडीएम कार्यालय में बाबू है और जो एनपीएस के अजय गर्ग है, जो इनके बिचौलिए थे, उन्होंने बात की थी कि आपका जो मुआवजा है समय पर दिलवा दिया जाएगा, लेकिन ये पैसे देने के बावजूद ये चक्कर पे चक्कर लगा रहे हैं और अंत में आकर इन्होंने इच्छा मृत्यु की मांग की है और इन्होंने कलेक्टर साहब को आज ये एप्लीकेशन दी है। अब अगर अभी भी आपकी आपने भाई जी उन्होंने इत्थे दूजा 44 कुछ हैगा नंबर डिस्पैच भी किया है उन्होंने और ये जांच भी एसडीएम साहब को दे दी गई। तो एसडीएम साहब से हमने बात की थी, उन्होंने कहा कि जो आरोप लगाए गए हैं बिल्कुल गलत है। वो कह रहे हैं कि 7 लाख रुपए इनके बाकी रहे हैं और उसके लिए 6.5 लाख रुपए की रिश्वत क्यों देंगे ये? नहीं, 7.5 लाख रुपये मैं तो ਜਿਹੜਾ ਆਪਣੇ ਰਿਸ਼ਵਤ ਦਿੱਤੀ ਆ ਉਹ ਤਾਂ ਅੱਜ ਤੋਂ 3 ਮਹੀਨੇ ਪਹਿਲਾਂ ਦੇਤੀ ਸੀਗੀ। ਔਰ 26 ਲੱਖ ਕਿਦੋਂ ਆਇਆ ਉਹ ਤੁਸੀਂ AU ਬੈਂਕ ਚੋਂ ਪਤਾ ਕਰ ਲਓ ਜਾਂ ਆਨਲਾਈਨ ਤੋਂ ਪਤਾ ਕਰ ਲਓ। ਬਾਕੀ ਅੱਜ ਮੈਨੂੰ ਐਸਡੀਐਮ ਸਾਹਿਬ ਕਹਿੰਦੇ ਮੈਂ ਮੁਕੱਦਮਾ ਕਰਾ ਦੂੰਗਾ। ਫਿਰ ਜਦੋਂ ਮੈਂ ਕਿਹਾ ਮੈਂ ਮੁਕੱਦਮਾ ਕਿਉਂ, ਗੋਲੀ ਮਾਰੋ, ਮੈਂ ਤਾਂ ਮਰਨਾ ਚਾਹਣਾ ਹੈ। ਤੇ ਉਸ ਤੋਂ ਬਾਅਦ ਕਹਿੰਦਾ ਉਹਨਾਂ ਦੇ 420 ਦਾ ਤੂੰ ਮੁਕੱਦਮਾ ਕਰ। ਅਜੇ ਗਰਗ ਨੂੰ ਤਾਂ ਮੈਂ ਜਾਣਦਾ ਹੀ ਨਹੀਂ। ਅਜੇ ਗਰਗ ਜੇ ਅਜੇ ਗਰਗ ਨੂੰ ਐਸਡੀਐਮ ਨਹੀਂ ਜਾਣਦਾ ਤਾਂ ਜਿਹੜੀ ਮੈਨੂੰ ਸਜ਼ਾ ਦੇਣੀ ਹੈ ਉਹ ਦੇ ਦਿਓ। इन्होंने जो अजय गर्ग का नाम लिया है वो एनपीएस जो स्कूल है जिसके प्रशासक जो है एसडीएम खुद हैं, वो वहाँ के प्राचार्य हैं और वहाँ के डायरेक्टर है। और एसडीएम महोदय जैसा कि इन्होंने कहा है कि वो उसे अजय गर्ग को जानते ही नहीं है। और इन्होंने साफ तौर पे कहा है कि एनपीएस स्कूल के जो डायरेक्टर है वो अजय गर्ग है और एनपीएस स्कूल के जो
जो प्रशासक है वो खुद एसडीएम महोदय है। ऐसे में इन्होंने जो आरोप लगाए हैं, इन्होंने साफ तौर पे कहा है कि मेरी सुनवाई तो हो नहीं रही है क्योंकि मैं चक्कर पे चक्कर लगाकर परेशान हो गया और आखिरकार इन्होंने इच्छा मृत्यु की मांग की है। वहीं दूसरी ओर जो एसडीएम महोदय है अभी गर्ग, उन्होंने कहा है कि जो आरोप लगाए गए हैं मुझ पर गलत है। जिनको इन्होंने पैसे दिए वे उन पर 420 का मुकदमा दर्ज करवाए और वे खुद जाँच करेंगे। अब बताएँ, अब आपने कितनी तारीख उनको दी है, कब तक आपने जो इच्छा मृत्यु की मांग की है? मैंने तो इच्छा मृत्यु, मैंने तो तड़के दे दो, वो कहते मुकदमा कराने, मैं गोली मारो मेरे ਤਾਂ तड़के फांसी चढ़ा दो, नहीं तो रस्सी ਲੈ ਕੇ मैं पहुंच जाना ਉੱਥੇ। मैं ਇਹਨਾਂ ਨੂੰ ਤਸੱਲੀ ਕਰਾਉਂਗਾ ਬਾਈ। ਮੈਂ ਮਹਿਕਮਾ ਵੀ ਉਹ ਕਹਿੰਦੇ ਹੁੰਦੇ ਵੱਡੇ ਅਫਸਰ ਹੈ, ਪਰ ਆਮ ਆਦਮੀ ਦਾ ਜਿਵੇਂ ਮੇਰੇ ਕੋਲੇ ਫੋਨ ਆਈ ਜਾਂਦੇ ਹੁਣ, ਮੇਰੇ ਨਾਲ ਕੜੀ ਟੂ ਕੜੀ ਜੁੜੀ ਜਾਂਦੀ ਹੈ, ਮੈਂ ਇੱਥੇ ਇਹ ਜਿਹਾ ਹਾਲ ਕਰ ਦੂੰਗਾ ਇਹਨਾਂ ਦਾ ਕੋਈ ਹੱਦ ਨਹੀਂ। ਇਹ ਪ੍ਰਸ਼ਾਸਨ ਜਿਹੜਾ ਹੈਗਾ ਇਹ ਆਮ ਲੋਕਾਂ ਦੇ ਵਾਸਤੇ ਬਣਿਆ ਹੋਇਆ ਹੈ, ਆਮ ਲੋਕਾਂ ਵਾਸਤੇ ਬਣਿਆ ਹੋਇਆ ਹੈ। ਜਿਹੜਾ ਇਹ ਵਿਵਹਾਰ ਕਰਦੇ ਆ ਉੱਥੇ, ਮੈਨੂੰ ਪਹਿਲਾਂ ਤਾਂ ਕਹਿੰਦਾ ਮੁਕੱਦਮਾ, ਫਿਰ ਮੇਰੇ ਤੇ ਬਾਰ-ਬਾਰ ਕਹਿੰਦੇ ਤੂੰ ਰਿੱਕੋ ਦੇ ਪੈਸੇ ਚੱਕ, ਰਿੱਕੋ ਦੇ ਪੈਸੇ ਚੱਕ। ਕਿਉਂ ਚੱਕਾਂ ਮੈਂ ਰਿੱਕੋ ਦੇ ਪੈਸੇ? ਇਹ ਕੀ ਮੈਟਰ ਹੈ ਗਗਨ ਜੀ? ਰਿੱਕੋ ਹੋ ਰਿਹਾ ਦੇ ਪੈਸੇ ਇੱਥੋਂ ਨਿਰਸਤ ਹੋਊਗੀ। अच्छा। ਇਹਨਾਂ ਸਾਰਾ ਇਹ ਭ੍ਰਸ਼ਟਾਚਾਰ ਮਿਲਿਆ ਹੋਇਆ ਹੈ ਪੈਸੇ ਖਾਣ ਵਾਸਤੇ। तो इनका कहना है कि जो इनकी ज़मीन थी रिको के अंदर पहले आई थी, तो इनका मुआवजा जो रिको के अंदर है वो कह रहे हैं कि रिको से जो इनका मुआवजा बनता है वो लिया जाए, क्योंकि भारतमाला प्रोजेक्ट है वो काफ़ी बड़ा है, उसके तहत इनको जो मुआवजे की राशि है वो ज़्यादा मिलनी थी। इसलिए इनका कहना है कि मिली भगत कर वो राशि हड़पना चाहते हैं, ऐसा इन्होंने आरोप लगाया। अब देखना होगा कि जो गगनदीप ने इच्छा मृत्यु की मांग की है, इसके बाद में प्रशासन सरकार। भाई जी जे मैनू इच्छा मृत्यु नहीं देती तो मैं उत्थे सुसाइड करूँगा कलैक्टरी च आके, और कलैक्टर दे कमरे च करूँगा। आज तक कोई माइदा लाल नहीं पहुँचा। सुक्खा सिंह दा पुੱਤ है मैं, सुक्खा सिंह महताब सिंह ਜਿਹੜਾ ਮੱਸੇ ਰੰਗੜ ਦਾ ਸਿਰ ਕੱਟ ਕੇ ਲਿਆਇਆ ਸੀਗਾ, ਉਹਦਾ ਪੁੱਤ ਹੈ। ਉੱਥੇ ਆ ਕੇ ਸੁਸਾइड करूँगा ਜੇ ਮਾਈਦਾ ਲਾਲ है कोई रोक लिया मैनू। तो गगनदीप ने साफ तौर पे चेतावनी दे दी है कि अगर इनकी सुनवाई नहीं होती है, इच्छा मृत्यु भले ही ना मिले, तो ये कलेक्टर के चैम्बर है उसके अंदर जाकर सुसाइड करेंगे। अब देखना होगा कि इनकी चेतावनी के बाद में यहाँ का प्रशासन और सरकार क्या रुख अख्तियार करती है, क्या गगनदीप को न्याय मिलता है या नहीं। कैमरा पर्सन जाकिर के साथ गुलाम नबी, राजस्थान तक, हनुमानगढ़।